लवप्रीत ਅਤੇ ਬੇਅੰਤ ਕੌਰ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ। ਇਸ ਮੁੱਦੇ ਤੇ ਲੋਕ ਵੱਖ-ਵੱਖ ਰਾਏ ਰੱਖ ਰਹੇ ਨੇ ਤੇ ਹੁਣ ਇਸ ਸੋਚ ਕਰਕੇ ਹੀ ਦੋ ਧੜੇ ਬਣਦੇ ਜਾ ਰਹੇ ਨੇ। ਦੋਵਾਂ ਪੱਖਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸ ਦਾ ਪੱਖ ਲੈ ਰਹੇ ਨੇ, ਕਿਉਂ ਲੈ ਰਹੇ ਨੇ, ਕਿਸ ਆਧਾਰ ਤੇ ਉਹ ਇਹ ਸਾਰੀਆਂ ਗੱਲਾਂ ਕਹਿ ਸਕਦੇ ਨੇ, ਤਾਂ ਕਿ ਨਿਰਪੱਖ ਹੋ ਕੇ ਦੇਖਿਆ ਜਾ ਸਕੇ ਕਿ ਆਖਿਰਕਾਰ ਲੋਕਾਂ ਦੀ ਸੋਚ ਵਿਚਾਰ ਕੀ ਕਹਿੰਦੀ ਹੈ। ਲਾਡੀ ਦੇ ਨਾਲ ਜਿਹੜੇ ਵੀ ਲੋਕ ਹਮਾਇਤ ਰੱਖਦੇ ਨੇ, ਲਵਪ੍ਰੀਤ ਲਾਡੀ ਦੇ ਪੱਖ ਦੇ ਵਿੱਚ ਲੋਕਾਂ ਨੇ ਕੁਝ ਦਲੀਲਾਂ ਇਸ ਤਰ੍ਹਾਂ ਦਿੱਤੀਆਂ, ਜਿਹਦੇ ਵਿੱਚ ਕਿਹਾ ਗਿਆ ਕਿ ਜਵਾਬ 2-2 3-3 ਦਿਨ ਬਾਅਦ ਦਿੰਦੀ ਸੀ ਬੇਅੰਤ ਕੌਰ ਅਤੇ ਲਵਪ੍ਰੀਤ ਲਾਡੀ ਸਿਰਫ ਇਸ ਦਾ ਇੰਤਜ਼ਾਰ ਕਰਦਾ ਰਹਿੰਦਾ ਸੀ। ਇੱਕ ਵਾਰ ਵੀ ਫਾਈਲ ਲਗਾਉਣ ਦਾ ਆਖਿਰਕਾਰ ਕੀ ਕਾਰਨ ਹੋ ਸਕਦਾ ਹੈ? ਕਿੰਨਾ ਸਮਾਂ ਹੋ ਚੁੱਕਿਆ ਸੀ ਬੇਅੰਤ ਕੌਰ ਨੂੰ ਬਾਹਰ ਗਏ, ਪਰ ਇੱਕ ਵਾਰ ਵੀ ਫਾਈਲ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਇਸ ਗੱਲ ਦੀ ਪੁਸ਼ਟੀ ਖੁਦ ਬੇਅੰਤ ਕੌਰ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਕੀਤੀ ਗਈ ਕਿ ਉਹ ਕਿਸੇ ਵੀ ਵਕੀਲ ਦੇ ਕੋਲ ਨਹੀਂ ਗਈ ਹੈ। ਲਵਪ੍ਰੀਤ ਦੀ ਫਾਈਲ ਦੇ ਮਾਮਲੇ ਦੇ ਵਿੱਚ ਸ਼ੱਕ ਸੀ ਕਿ ਉਹ ਕਿਸੇ ਹੋਰ ਦੇ ਨਾਲ ਹੈ। ਲਵਪ੍ਰੀਤ ਨੂੰ ਜੇਕਰ ਇਹ ਸ਼ੱਕ ਸੀ ਤਾਂ ਬੇਅੰਤ ਕੌਰ ਨੂੰ ਉਹ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਪੈਸੇ ਨਹੀਂ ਭੇਜੇ ਜਾ ਰਹੇ ਸੀ ਲਵਪ੍ਰੀਤ ਨੂੰ। ਲਵਪ੍ਰੀਤ ਦੇ ਜਿਹੜੇ ਪੱਖ ਦੇ ਵਿੱਚ ਬੋਲਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੇਰੇ ਨਾਲ ਗੱਲ ਕਰਨ ਦਾ ਉਸਦੇ ਕੋਲ ਸਮਾਂ ਹੀ ਨਹੀਂ ਸੀ। ਹਰ ਇੱਕ ਬੰਦੇ ਦੇ ਕੋਲ ਉਸਦਾ ਫੋਨ ਹਰ ਸਮੇਂ ਹੁੰਦਾ ਹੈ ਤਾਂ ਇੱਕ ਮੈਸੇਜ ਦਾ ਰਿਪਲਾਈ ਉਹ ਦੇ ਸਕਦੀ ਸੀ, ਪਰ ਉਹ ਵੀ ਕਈ ਘੰਟਿਆਂ ਤੇ ਦਿਨਾਂ ਬਾਅਦ ਆਉਂਦਾ ਸੀ, ਜਿਸ ਕਰਕੇ ਲਵਪ੍ਰੀਤ ਦੇ ਨਾਲ ਇਹ ਲੋਕ ਖੜੇ ਨੇ। ਲਵਪ੍ਰੀਤ ਦੇ ਨਾਲ ਖੜਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਘਰ ਵਿੱਚ ਝੂਠ ਬੋਲਦਾ ਰਿਹਾ, ਘਰ ਦੇ ਵਿੱਚ ਉਹਨੇ ਕੋਈ ਗੱਲ ਨਹੀਂ ਦੱਸੀ ਕਿਉਂਕਿ ਉਹ ਬੇਅੰਤ ਕੌਰ ਨੂੰ ਪਿਆਰ ਕਰਦਾ ਸੀ। ਲਾਡੀ ਦੇ ਹਮਾਇਤੀ ਇਹ ਵੀ ਕਹਿੰਦੇ ਨੇ ਕਿ ਜਿਸ ਸਮੇਂ ਤੱਕ ਬੇਅੰਤ ਕੌਰ ਦੀਆਂ ਫੀਸਾਂ ਨਹੀਂ ਭਰੀਆਂ ਗਈਆਂ ਸਨ, ਪੈਸੇ ਮੰਗਵਾਉਣ ਸਮੇਂ ਤੱਕ ਬੇਅੰਤ ਕੌਰ ਫ੍ਰੀ ਰਹੀ ਹੈ ਤੇ ਫੀਸਾਂ ਦੇ ਲਈ ਟਾਈਮ ਸੀ ਜਦੋਂ ਉਹਨੇ ਫੀਸ ਮੰਗਵਾਉਣੀ ਹੁੰਦੀ ਸੀ ਤਾਂ ਉਸ ਸਮੇਂ ਵੀ ਉਹ ਟਾਈਮ ਕੱਢ ਕੇ ਲਵਪ੍ਰੀਤ ਦੇ ਨਾਲ ਗੱਲਬਾਤ ਕਰਦੀ ਸੀ, ਪਰ ਜਦੋਂ ਉਹ ਸਾਰੀਆਂ ਫੀਸਾਂ ਭਰੀਆਂ ਗਈਆਂ ਤਾਂ ਉਹਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ। ਬੜਾ ਲੰਬਾ ਇੰਤਜ਼ਾਰ ਕੀਤਾ, ਪਤਨੀ ਨੂੰ ਕਿਹਾ ਕਿ ਉਹ ਵਾਪਸ ਆ ਜਾਵੇ ਕਿਉਂਕਿ ਲਵਪ੍ਰੀਤ ਲਾਡੀ ਨੇ ਸਾਫ਼ ਲਿਖਿਆ ਕਿ ਜੇਕਰ ਨਹੀਂ ਬਾਹਰ ਦੀ ਫਾਈਲ ਲੱਗ ਰਹੀ ਤਾਂ ਬੇਅੰਤ ਕੌਰ ਹੀ ਪੰਜਾਬ ਵਾਪਸ ਆ ਜਾਵੇ ਤੇ ਉਹ ਇਕੱਠੇ ਇੱਥੇ ਜ਼ਿੰਦਗੀ ਬਿਤਾ ਲੈਣਗੇ। ਦੂਸਰੇ ਪਾਸੇ ਲਵਪ੍ਰੀਤ ਦੇ ਹਮਾਇਤੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਲਵਪ੍ਰੀਤ ਲਾਡੀ ਲੜਦਾ ਸੀ ਤਾਂ ਹਰ ਵਾਰੀ ਚੈਟ ਦੇ ਵਿੱਚ ਮਾਫੀ ਵੀ ਉਹੀ ਮੰਗਦਾ ਸੀ। ਹਰ ਪਾਸੇ ਤੋਂ ਦੁਖੀ ਹੋ ਕੇ ਸ਼ਾਇਦ ਉਸਨੇ ਉਹ ਕਦਮ ਚੁੱਕਿਆ ਜੋ ਲਵਪ੍ਰੀਤ ਨੂੰ ਨਹੀਂ ਚੁੱਕਣਾ ਚਾਹੀਦਾ ਸੀ। ਬੇਅੰਤ ਨੇ ਵੀ ਇਸ ਗੱਲ ਤੇ ਉਸਦਾ ਸਾਥ ਨਹੀਂ ਦਿੱਤਾ। ਇਸ ਸਾਰੇ ਮਾਮਲੇ ਨੂੰ ਲੈ ਕੇ ਕਈ ਹੋਰ ਤਰ੍ਹਾਂ ਦੇ ਸਵਾਲ ਵੀ ਉਜਾਗਰ ਹੁੰਦੇ ਨੇ। ਇਹ ਸੋਚ ਵਿਚਾਰ ਬੁੱਢੇ, ਨੌਜਵਾਨਾਂ, ਕੁੜੀਆਂ, ਮੁੰਡਿਆਂ ਹਰ ਇੱਕ ਦੀ ਹੈ। ਅਸੀਂ ਉਹਨਾਂ ਦੀ ਸੋਚ ਦੇ ਆਧਾਰ ਤੇ ਇਹ ਸਾਰੀ ਰਿਪੋਰਟ ਤਿਆਰ ਕੀਤੀ ਹੈ ਤੇ ਕਈ ਸਵਾਲ ਹਲੇ ਵੀ ਅਣਛੂਹੇ ਰਹਿ ਗਏ ਸਨ। ਅਣਸੁਲਝੇ ਸਵਾਲ ਨੇ ਇਹ ਕਿ ਕੀ ਪਛਤਾਵਾ ਹੈ ਬੇਅੰਤ ਕੌਰ ਨੂੰ ਕਿ ਉਸਨੇ ਆਖਰੀ ਦਿਨ ਲਾਡੀ ਦਾ ਫੋਨ ਕਿਉਂ ਨਹੀਂ ਚੁੱਕਿਆ। ਲਵਪ੍ਰੀਤ ਲਾਡੀ ਦੀ ਭੈਣ ਕਹਿੰਦੀ ਹੈ ਕਿ ਜੇਕਰ ਉਸਦੇ ਪਰਿਵਾਰਿਕ ਮੈਂਬਰਾਂ 'ਚੋਂ ਕੋਈ ਚਲਾ ਜਾਂਦਾ ਕਿ ਫਿਰ ਵੀ ਇਸ ਸਮੇਂ ਬੇਅੰਤ ਕੌਰ ਵਾਪਸ ਨਾ ਆਉਂਦੀ, ਕਿ ਉਹਨੇ ਇੱਕ ਵਾਰ ਵੀ ਇੰਡੀਆ ਆਉਣ ਬਾਰੇ ਸੋਚਿਆ। ਜੇਕਰ ਕੋਈ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਕੀ ਕਦੇ ਬੇਅੰਤ ਕੌਰ ਨੇ ਟੈਕਸਟ ਮੈਸੇਜ ਦੇ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ? ਲਾਡੀ ਦੇ ਪਰਿਵਾਰ ਨੇ ਬਿਨਾਂ ਬੇਅੰਤ ਦੇ ਨਾਲ ਗੱਲਬਾਤ ਕੀਤੇ ਚੈਟ ਕਿਉਂ ਲੀਕ ਕੀਤੀ? ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ। ਕੋਈ ਇੱਕ ਪਿਆਰ ਭਰੀ ਗੱਲ ਚੈਟ ਦੇ ਵਿੱਚ ਕਿਉਂ ਦਿਖਾਈ ਨਹੀਂ ਦਿੰਦੀ ਬੇਅੰਤ ਕੌਰ ਦੇ ਵੱਲੋਂ? ਤੇ ਰਬਦੀਪ ਨੂੰ ਕਦੋਂ ਤੋਂ ਜਾਣਦੀ ਹੈ ਬੇਅੰਤ ਕੌਰ? ਕੀ ਵਿਆਹ ਤੋਂ ਪਹਿਲਾਂ ਤੋਂ ਜਾਣਦੀ ਹੈ ਜਾਂ ਫਿਰ ਵਿਆਹ ਤੋਂ ਬਾਅਦ? ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿਉਂਕਿ ਰਬਦੀਪ ਆਪਣੀਆਂ ਆਈਡੀਜ਼ ਡਿਲੀਟ ਕਰ ਗਿਆ ਤੇ ਸਾਹਮਣੇ ਆ ਕੇ ਜੇਕਰ ਉਹ ਸੱਚਾ ਹੁੰਦਾ ਉਹ ਇਹ ਨਾ ਕਹਿ ਸਕਿਆ ਕਿ ਮੇਰੀ ਫੋਟੋ ਦਾ ਮਿਸਯੂਜ਼ ਹੋ ਰਿਹਾ ਹੈ, ਮੇਰੇ ਨਾਮ ਅਤੇ ਘਰ ਪਰਿਵਾਰ ਦਾ ਨਾਮ ਖਰਾਬ ਕੀਤਾ ਜਾ ਰਿਹਾ ਹੈ। ਬੇਅੰਤ ਕੌਰ ਦੇ ਵੱਲੋਂ ਵੀ ਇਹ ਕਹਿਣਾ ਹੈ ਕਿ ਰਬਦੀਪ ਦੀ ਫੋਟੋ ਬਾਰੇ ਵਕੀਲ ਦੱਸੇਗਾ, ਇਸ ਕਰਕੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੁੰਦੀ ਹੈ। ਦੂਸਰੇ ਪਾਸੇ ਇਸ ਬਾਰੇ ਬੇਅੰਤ ਕੌਰ ਨੂੰ ਸਹੀ ਦੱਸਣ ਵਾਲੇ ਲੋਕ ਇਹਨਾਂ ਮੁੱਢਲੇ ਕਾਰਨਾਂ ਕਰਕੇ ਉਸ ਦੇ ਨਾਲ ਖੜੇ ਨੇ, ਜਿਨ੍ਹਾਂ ਦੇ ਵਿੱਚੋਂ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੇਅੰਤ ਕੌਰ ਨੇ ਵਿਆਹ ਕਰਵਾਇਆ ਤਾਂ ਉਹ ਵਿਦੇਸ਼ ਤੋਂ ਹੀ ਭਾਰਤ ਆਈ ਸੀ। ਪਿੰਡ ਆ ਕੇ ਉਹਨੇ ਇਸ ਕਰਕੇ ਹੀ ਵਿਆਹ ਕਰਵਾਇਆ ਕਿਉਂਕਿ ਉਹਨੇ ਵਿਆਹ ਤੋਂ ਪਹਿਲਾਂ ਹੀ ਵਾਅਦਾ ਕੀਤਾ ਹੋਇਆ ਸੀ ਤੇ ਆਪਣੇ ਕੀਤੇ ਵਾਅਦੇ ਅਨੁਸਾਰ ਉਹ ਭਾਰਤ ਆ ਕੇ ਵਿਆਹ ਕਰਵਾਉਂਦੀ ਹੈ। ਦੂਸਰਾ, ਉਸਨੇ ਵਿਆਹ ਤੋਂ ਪਹਿਲਾਂ ਲਾਡੀ ਨੂੰ ਤਕਰੀਬਨ $150 ਭੇਜੇ ਸਨ, ਜਿਸ ਦੀ ਗੱਲ ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਮੰਨੀ ਜਾ ਚੁੱਕੀ ਹੈ। ਅੱਗੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਚੌਥਾ ਪੁਆਇੰਟ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੇਅੰਤ ਨੂੰ ਨਾ ਸਿਰਫ ਲਾਡੀ ਸਗੋਂ ਉਸਦੇ ਦੋਸਤ ਅਤੇ ਕਜ਼ਨ ਭਰਾ ਵੀ ਫੋਨ ਕਰਕੇ ਬੇਇੱਜ਼ਤ ਕਰਦੇ ਸਨ। ਫਿਰ ਉਹ ਕਿਵੇਂ ਉਸ ਪਤੀ ਤੋਂ ਦੂਰ ਹੁੰਦੀ ਜੋ ਉਸ ਦੀ ਇੱਜ਼ਤ ਨਹੀਂ ਰੱਖ ਪਾ ਰਿਹਾ।
ਇਸ ਤੋਂ ਬਾਅਦ ਅਗਲੀ ਗੱਲ ਜਿਹੜੀ ਰੱਖੀ ਗਈ ਬੇਅੰਤ ਕੌਰ ਦੀ ਹਾਮੀ ਭਰਨ ਵਾਲਿਆਂ ਦੇ ਵੱਲੋਂ ਕਿਹਾ ਗਿਆ ਕਿ ਪਰਿਵਾਰ ਕਹਿੰਦਾ ਹੈ ਕਿ ਫੋਨ ਨਹੀਂ ਕਰਦੀ ਸੀ, ਤੁਸੀਂ ਵੀ ਫੋਨ ਕਰ ਸਕਦੇ ਸੀ ਕਿਉਂਕਿ ਰਿਸ਼ਤਾ ਦੋਹਾਂ ਪਾਸਿਆਂ ਤੋਂ ਹੀ ਨਿਭਾਇਆ ਜਾਂਦਾ ਹੈ। ਤੇ ਦੂਸਰੀ ਗੱਲ ਇਹ ਵੀ ਦੇਖਣ ਦੇ ਵਿੱਚ ਆਈ ਹੈ ਇੰਟਰਵਿਊਜ਼ ਦੇ ਵਿੱਚ ਕਿ ਲਵਪ੍ਰੀਤ ਦੀ ਮਾਤਾ ਜੀ ਦੇ ਵੱਲੋਂ ਕਿਹਾ ਗਿਆ ਕਿ ਫੋਨ ਜ਼ਰੂਰ ਕਰਦੀ ਸੀ ਪਰ ਘੱਟ ਗੱਲਬਾਤ ਕਰਦੀ ਸੀ। ਤਾਂ ਪਿਆਰ ਅਤੇ ਰਿਸ਼ਤੇ ਨਿਭਾਉਣ ਦਾ ਹਰ ਇੱਕ ਦਾ ਤਰੀਕਾ ਵੱਖਰਾ ਹੁੰਦਾ, ਤਾਂ ਕੀ ਪਤਾ ਉਹ ਰਿਜ਼ਰਵ ਨੇਚਰ ਦੀ ਹੋਵੇ, ਘੱਟ ਬੋਲਣ ਚਾਲਣ ਵਾਲੀ ਹੋਵੇ ਤੇ ਉਮਰ ਤੋਂ ਸਿਆਣੀਆਂ ਗੱਲਾਂ ਕਰਦੀ ਸੀ। ਪਰ ਵਿਆਹ ਦੇਖਿਆ ਜਾਵੇ ਤਾਂ ਮਹਿਜ਼ 2 ਸਾਲ ਹੀ ਹੋਏ ਸਨ ਔਰ 2 ਸਾਲ ਦੇ ਸਮੇਂ ਦੇ ਵਿੱਚ ਇੰਨਾ ਘੁੱਲਣਾ ਮਿਲਣਾ ਨਹੀਂ ਹੋ ਸਕਦਾ ਸੀ ਤੇ ਉਹ ਘਰ ਪਰਿਵਾਰ ਦੇ ਵਿੱਚ ਜ਼ਿਆਦਾ ਵਿਚਰੀ ਵੀ ਨਹੀਂ ਸੀ। ਤੁਸੀਂ ਲਾਡੀ ਦੀ ਬੋਡੀ ਘਰੋਂ ਲਿਜਾਣ ਤੋਂ ਪਹਿਲਾਂ ਕੀ ਬੇਅੰਤ ਕੌਰ ਨੂੰ ਪੁੱਛਿਆ ਸੀ ਕਿ ਉਹ ਇੰਡੀਆ ਆਏਗੀ ਜਾਂ ਨਹੀਂ, ਕਿਉਂਕਿ ਉਸ ਦੇ ਬਿਨਾਂ ਹੀ ਸਭ ਕੁਝ ਕਰ ਦਿੱਤਾ ਜਾਂਦਾ ਹੈ। ਇਹ ਵੀ ਇੱਕ ਵੱਡਾ ਸਵਾਲ ਕੀਤਾ ਜਾ ਰਿਹਾ ਹੈ ਜਿਹੜੇ ਕਿ ਬੇਅੰਤ ਕੌਰ ਦੀ ਹਾਮੀ ਭਰ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਵਾਰ ਵੀ ਗੱਲ ਕਰਦਾ ਹੈ ਬੇਅੰਤ ਬਾਰੇ ਘੱਟ ਅਤੇ ਕਾਗਜ਼ ਪੱਤਰਾਂ ਦੇ ਬਾਰੇ ਲਵਪ੍ਰੀਤ ਜ਼ਿਆਦਾ ਪੁੱਛਦਾ ਨਜ਼ਰ ਆਉਂਦਾ ਹੈ। ਇਸ ਕਰਕੇ ਵੀ ਉਹਨਾਂ ਨੇ ਕਿਹਾ ਕਿ ਬੇਅੰਤ ਕੌਰ ਸਹੀ ਜਾਪ ਰਹੀ ਹੈ। ਲਾਡੀ ਵੀ ਬੇਅੰਤ ਦੇ ਘਰ ਫੋਨ ਨਹੀਂ ਕਰਦਾ ਸੀ, ਇਸ ਗੱਲ ਦਾ ਵੀ ਖੁਲਾਸਾ ਹੋਇਆ। ਜਿਹੜੀਆਂ ਗੱਲਾਂ ਨੂੰ ਲੈ ਕੇ ਆਧਾਰ ਬਣਾਇਆ ਜਾ ਰਿਹਾ ਉਹਨਾਂ ਹਰ ਇੱਕ ਗੱਲ ਦਾ ਜਵਾਬ ਬੇਅੰਤ ਕੌਰ ਦੇ ਹਮਾਇਤੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਮਾਂ ਤੇ ਧੀ ਹਰ ਇੱਕ ਗੱਲ ਸਾਂਝੀਆਂ ਕਰਦੀਆਂ ਨੇ ਤੇ ਇਹ ਸਵਾਲ ਬਿਲਕੁਲ ਵੀ ਨਹੀਂ ਖੜਾ ਕਰਨਾ ਚਾਹੀਦਾ ਕਿ ਬੇਅੰਤ ਕੌਰ ਆਪਣੀ ਮਾਂ ਨੂੰ ਫੋਨ ਕਰਦੀ ਸੀ ਪਰ ਲਾਡੀ ਨੂੰ ਨਹੀਂ। ਕੀ ਲਾਡੀ ਸ਼ੱਕੀ ਸੀ? ਬੇਅੰਤ ਨੇ ਕਈ ਦਿਨ ਲਗਾਤਾਰ ਫੋਨ ਕੀਤੇ ਪਰ ਕੀ ਪਰਿਵਾਰ ਨੇ ਚੁੱਕਿਆ? ਪੈਸੇ ਨਹੀਂ ਭੇਜੇ ਜਾ ਰਹੇ ਸਨ, ਪਰ ਜੇਕਰ ਉਹ ਮੰਨ ਰਹੇ ਨੇ ਕਿ ਲਾਡੀ ਦੇ ਬਰਾਬਰ ਹੀ ਹੈ ਬੇਅੰਤ ਕੌਰ, ਤਾਂ ਜੇਕਰ ਲਾਡੀ ਜਾਂਦਾ ਤਾਂ ਕੀ ਉਸ ਤੋਂ ਵੀ ਪੈਸੇ ਮੰਗਵਾਏ ਜਾਂਦੇ? ਜਦੋਂ ਨਨਾਣ ਨੂੰ ਕੱਪੜੇ ਭੇਜੇ, ਲਾਡੀ ਨੂੰ ਡਾਲਰ ਭੇਜੇ, ਘਰਦਿਆਂ ਦਾ ਹਾਲ ਚਾਲ ਪੁੱਛਦੀ ਸੀ, ਗੱਲਬਾਤ ਵੀ ਕਰਦੀ ਸੀ, ਫਿਰ ਆਖਿਰਕਾਰ ਉਹ ਗਲਤ ਕਿਵੇਂ? ਰਿਸ਼ਤੇ ਨਿਭਾ ਰਹੀ ਸੀ, ਮਹਿਜ਼ 2 ਸਾਲ ਦਾ ਸਮਾਂ ਸੀ ਇਹ, ਪਰ ਫਿਰ ਵੀ ਇਹ ਸਭ ਕੁਝ ਹੁੰਦਾ ਰਿਹਾ। ਦੋਹਾਂ ਦੇ ਚਿਹਰਿਆਂ ਤੇ ਤਸਵੀਰਾਂ ਦੇ ਵਿੱਚ ਖੁਸ਼ੀ ਨਜ਼ਰ ਆ ਰਹੀ ਸੀ। ਕਈ ਫੋਟੋਆਂ ਤੁਸੀਂ ਦੇਖੀਆਂ ਹੋਣੀਆਂ ਨੇ ਕਿ ਪਿਆਰ ਦਾ ਸੰਕੇਤ ਕੱਪੜਿਆਂ ਦੇ ਵਿੱਚੋਂ ਵੀ ਹੁੰਦਾ ਸੀ, ਜਿਸ ਦੇ ਵਿੱਚ ਉਹ ਮਿਸਟਰ ਐਂਡ ਮਿਸਿਸ ਦੀ ਟੀ-ਸ਼ਰਟਸ ਪਾ ਕੇ ਛੱਡਣ ਜਾਂਦਾ ਹੈ ਲਵਪ੍ਰੀਤ ਬੇਅੰਤ ਕੌਰ ਨੂੰ। ਕੋਈ ਵੀ ਇਨਸਾਨ ਘਰ ਵਸਾਉਣ ਦੇ ਲਈ ਹੀ ਵਿਆਹ ਕਰਵਾਉਂਦਾ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ। ਚੰਗਾ ਭਵਿੱਖ ਅਤੇ ਖੁਦ ਲਈ ਤਰੱਕੀ ਬਾਰੇ ਸੋਚਣਾ ਵੀ ਕੋਈ ਮਾੜੀ ਗੱਲ ਨਹੀਂ, ਪਰ ਕਿਸੇ ਨੂੰ ਬਰਬਾਦ ਕਰਕੇ ਉੱਚੇ ਉੱਠਣ ਦੀ ਕੋਸ਼ਿਸ਼ ਕਰਨਾ ਕਦੇ ਵੀ ਚੰਗੇ ਇਨਸਾਨ ਦੇ ਗੁਣਾਂ ਦੇ ਵਿੱਚ ਸ਼ੁਮਾਰ ਨਹੀਂ ਹੋ ਸਕਦਾ। ਜ਼ਿੰਦਗੀ ਸਭ ਦੀ ਕੀਮਤੀ ਹੈ, ਇਸ ਕਰਕੇ ਸਾਨੂੰ ਸਭ ਦੀ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਬਾਰੇ ਕਦੇ ਨਹੀਂ ਸੋਚਣਾ ਚਾਹੀਦਾ। ਜੇਕਰ ਤੁਹਾਡੇ ਵੀ ਕੁਝ ਸਵਾਲ, ਸੁਝਾਅ, ਵਿਚਾਰ ਹਨ ਤਾਂ ਤੁਸੀਂ ਵੀ ਕਮੈਂਟ ਕਰ ਸਕਦੇ ਹੋ। ਅਗਲੀ ਖਬਰ ਦੇ ਵਿੱਚ ਉਹਨਾਂ ਨੂੰ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ।